हाँ जी दोस्तों, ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ ਲੈ ਕੇ ਤਰਕ ਦੀਆਂ ਕੁਝ ਹੋਰ ਗੱਲਾਂ। ਦੋਸਤੋ, 1999 ਦੀ ਘਟਨਾ ਹੈ ਜਦੋਂ ਅਖਬਾਰਾਂ ਦੇ ਵਿੱਚ ਅਤੇ ਟੀਵੀ ਦੇ ਵਿੱਚ ਇੱਕ ਖਬਰ ਚੱਲੀ ਕਿ ਕਪੂਰਥਲਾ ਦੇ ਪਿੰਡ ਕੂਕਾ ਤਲਵੰਡੀ ਦੇ ਇੱਕ ਮ੍ਰਿਤਕ ਫੌਜੀ ਹਰਭਜਨ ਸਿੰਘ ਦੀ ਰੂਹ ਆਪਣੀ ਡਿਊਟੀ ਕਰਦੀ ਹੈ ਅਤੇ ਆਪਣੀ ਡਿਊਟੀ ਤੋਂ ਉਹਨਾਂ ਦਿਨਾਂ ਦੇ ਵਿੱਚ ਆਪਣੇ ਘਰ ਆਉਂਦੀ ਹੈ। ਘਰ ਦੇ ਦੀਆਂ ਕਹਾਣੀਆਂ ਵੀ ਦੱਸੀਆਂ ਗਈਆਂ ਕਿ ਕਿਸ ਤਰੀਕੇ ਨਾਲ ਉਹ ਘਰੇ ਐਂਟਰ ਹੁੰਦੀ ਹੈ, ਘਰੇ ਲੇਟਦੀ ਹੈ ਅਤੇ ਆਪਣੀ ਛੁੱਟੀ ਕੱਟ ਕੇ ਉਹ ਵਾਪਸ ਚਲੀ ਜਾਂਦੀ ਹੈ। ਜਦੋਂ ਇਹ ਅਖਬਾਰਾਂ ਦੇ ਵਿੱਚ ਗੱਲਾਂ ਛਪੀਆਂ ਤਾਂ ਇਲਾਕੇ ਦੇ ਵਿੱਚ ਇਹਦੇ ਬਾਰੇ ਦੇ ਵਿੱਚ ਚਰਚਾ ਖੜੀ ਹੋ ਗਈ। ਇਹ ਫੌਜੀ 2-2.5 ਸਾਲ ਫੌਜ ਦੀ ਨੌਕਰੀ ਕਰਨ ਪਿੱਛੋਂ ਲਗਭਗ 31 ਸਾਲ ਪਹਿਲਾਂ ਅਚਾਨਕ ਇੱਕ ਨਦੀ 'ਚ ਰੁੜ ਕੇ ਸਦਾ ਲਈ ਵਿਛੜ ਗਿਆ ਸੀ। ਇਹ ਕਹਾਣੀ ਜਦੋਂ ਚੱਲੀ ਤਾਂ ਤਰਕਸ਼ੀਲ ਸੁਸਾਇਟੀ ਨੇ ਇਸ ਦੀ ਤਫਤੀਸ਼ ਕੀਤੀ ਅਤੇ ਉਹ ਜਿਹੜੀ ਤਫਤੀਸ਼ ਹੈਗੀ ਆ ਸਾਡੀ ਕਿਤਾਬ ਅਗਲਾ ਪਿਛਲਾ ਜਨਮ ਉਹਦੇ ਵਿੱਚ ਛਪੀ ਹੋਈ ਹੈ। ਅਖਬਾਰਾਂ ਦੇ ਵਿੱਚ ਵੀ ਉਹਨਾਂ ਦਿਨਾਂ ਦੇ ਵਿੱਚ ਸਾਰੀਆਂ ਉਹ ਕਹਾਣੀਆਂ ਛਪੀਆਂ ਤੇ ਅੱਜ ਤਰਕ ਦੀਆਂ ਗੱਲਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਉਸ ਕੇਸ ਦੀ। ਆਓ ਬਿਨਾਂ ਕਿਸੇ ਦੇਰੀ ਦੇ ਕਰਦੇ ਹਾਂ ਇਸ ਵਿਸ਼ੇ ਤੇ ਕੁਝ ਇੱਕ ਗੱਲਾਂ। ਦੋਸਤੋ, ਇਹ ਜਿਹੜੀ ਕਹਾਣੀ ਸੀਗੀ ਇਹਦੀ ਪੜਤਾਲ ਕਰਨ ਲਈ ਸਾਡੀ ਟੀਮ ਅਤੇ ਨਾਲ ਅਜੀਤ ਦੇ ਪੱਤਰਕਾਰ, ਜਿਨ੍ਹਾਂ ਵਿੱਚ ਸਾਡੀ ਟੀਮ ਦੇ ਮੈਂਬਰ ਤਰਸੇਮ ਸਿੰਘ, ਲਾਲ ਘੁੰਮਣ, ਜਸਮੇਲ ਸਿੰਘ, ਬਲਵੀਰ ਸਿੰਘ ਸੰਧੂ ਅਤੇ ਤਰਕਸ਼ੀਲ ਸੁਸਾਇਟੀ ਦੀ ਤਰਕਸ਼ੀਲ ਇਕਾਈ ਕਪੂਰਥਲਾ ਦੇ ਆਗੂ ਤੇਜਪਾਲ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਫਦ ਕੂਕਾ ਪਿੰਡ ਦੇ ਵਿੱਚ ਪਹੁੰਚਿਆ। ਕੁਦਰਤੀ ਉਸ ਦਿਨ ਐਤਵਾਰ ਹੋਣ ਕਰਕੇ ਬਾਬਾ ਹਰਭਜਨ ਸਿੰਘ ਦੇ ਕਮਰੇ ਵਿੱਚ ਕਾਫੀ ਗਿਣਤੀ ਵਿੱਚ ਸੰਗਤਾਂ ਆਈਆਂ ਹੋਈਆਂ ਸਨ। ਬਾਬੇ ਦੇ ਚਮਤਕਾਰਾਂ ਦੇ ਕਿੱਸੇ ਸੁਣ ਕੇ ਉਹ ਨਿਹਾਲ ਹੋ ਰਹੀਆਂ ਸਨ। ਇਸ ਟੀਮ ਦੇ ਉੱਥੇ ਪਹੁੰਚ ਜਾਣ ਤੇ ਮਾਹੌਲ ਕੁਝ ਸ਼ੱਕੀ ਜਿਹਾ ਬਣ ਗਿਆ। ਸਾਡਾ ਇਹ ਵਿਸ਼ਵਾਸ ਦਿਵਾਉਣ ਤੇ ਕਿ ਅਸੀਂ ਤਾਂ ਬਾਬਾ ਜੀ ਦੇ ਬਾਰੇ ਦੇ ਵਿੱਚ ਸੁਣ ਕੇ ਪੂਰੀ ਸ਼ਰਧਾ ਨਾਲ ਉਹਨਾਂ ਦੇ ਦਰਸ਼ਨ ਕਰਨ ਆਇਆ ਹਾਂ, ਤਾਂ ਉਹਨਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੀਆਂ ਕਮਰੇ ਵਿਚਲੀ ਸਾਰੀ ਸਥਿਤੀ ਨੂੰ ਜਾਂਚ ਕੇ ਬਾਬਾ ਹਰਭਜਨ ਸਿੰਘ ਦੀ ਭਰਜਾਈ ਤੋਂ ਫੌਜ ਵੱਲੋਂ ਜਾਰੀ ਕੀਤਾ ਗਿਆ ਪੈਨਸ਼ਨ ਬੁੱਕ ਦੀ ਮੰਗ ਕੀਤੀ ਤਾਂ ਕਾਫੀ ਝਿਜਕਣ ਤੋਂ ਪਿੱਛੋਂ ਉਸਨੇ ਸਾਨੂੰ ਜਿਹੜੀ ਉਹ ਪੈਨਸ਼ਨ ਬੁੱਕ ਸੀਗੀ ਲਿਆ ਕੇ ਦਿਖਾਈ। ਇਸ ਵਿੱਚ ਸਿਪਾਹੀ ਹਰਭਜਨ ਸਿੰਘ ਦੀ 4 ਅਕਤੂਬਰ 1968 ਨੂੰ ਅਚਾਨਕ ਮੌਤ ਪਿੱਛੋਂ ਉਸ ਦੀ ਮਾਤਾ ਨੂੰ ਪਰਿਵਾਰਿਕ ਪੈਨਸ਼ਨ ਜਾਰੀ ਕੀਤੀ ਗਈ ਸੀ। ਉਹਦੀ ਜਿਹੜੀ ਪੈਨਸ਼ਨ ਬੁੱਕ ਸੀ ਉਹਦੇ ਉੱਪਰ ਅਸੀਂ ਦੇਖਿਆ ਇਹ ਸਾਰਾ ਕੁਝ ਸੀਗਾ। ਸਾਡੇ ਵੱਲੋਂ ਬੀਬੀ ਸੱਤਿਆ ਕੌਰ ਅਤੇ ਸੰਗਤ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਇੱਕ ਪਾਸੇ ਤਾਂ ਫੌਜੀ ਅਧਿਕਾਰੀ ਉਹਨਾਂ ਨੂੰ ਭਜਨ ਸਿੰਘ ਨੂੰ ਸਰੀਰਕ ਤੌਰ ਤੇ ਹਾਜ਼ਰ ਨਾਜ਼ਰ ਗਿਣ ਕੇ ਉਸ ਨੂੰ ਸੂਬੇਦਾਰ ਅਤੇ ਮੇਜਰ ਅਤੇ ਪਿੱਛੋਂ ਆਲਰੇਡੀ ਕੈਪਟਨ ਦੇ ਅਹੁਦੇ ਤੱਕ ਤਰੱਕੀ ਦਿੱਤੀ ਹੈ। ਦੂਸਰੇ ਪਾਸੇ ਉਸ ਨੂੰ ਲੇਖਾ ਸ਼ਾਖਾ ਵੱਲੋਂ ਸਿਰਫ ਸਿਪਾਹੀ ਵਜੋਂ ਮ੍ਰਿਤਕ ਕਰਾਰ ਦੇ ਕੇ ਉਸ ਦੀ ਫੈਮਿਲੀ ਪੈਨਸ਼ਨ ਹੀ ਦਿੱਤੀ ਗਈ ਹੈ, ਜਿਸ ਵਿੱਚੋਂ ਸਾਫ਼ ਜ਼ਾਹਰ ਹੈ ਕਿ ਜੇਕਰ ਬਾਬਾ ਭਜਨ ਸਿੰਘ ਅਜੇ ਵੀ ਜਿਉਂਦਾ ਹੈ ਤਾਂ ਉਸ ਨੂੰ ਪੈਨਸ਼ਨ ਦੀ ਥਾਂ ਤੇ ਉਸ ਦੀ ਮਹੀਨਾਵਾਰ ਤਨਖਾਹ ਮਿਲਣੀ ਚਾਹੀਦੀ ਹੈ, ਜਿਸ ਦੇ ਨਾਲ ਹੀ ਪਿਛਲੇ 31 ਸਾਲ ਦੀ ਤਨਖਾਹ ਦਾ ਬਣਦਾ ਬਕਾਇਆ ਵੀ ਮਿਲਣਾ ਚਾਹੀਦਾ ਹੈ। ਇਹ ਸੰਗਤਾਂ ਨੂੰ, ਉਹਨਾਂ ਦੀ ਭਰਜਾਈ ਨੂੰ ਇਹ ਗੱਲ ਸਮਝਾਈ ਗਈ। ਇਸ ਦਲੀਲ ਨੇ ਮ੍ਰਿਤਕ ਭਜਨ ਸਿੰਘ ਦੀ ਭਾਬੀ ਸੱਤਿਆ ਕੌਰ ਅਤੇ ਸ਼ਰਧਾਲੂਆਂ ਨੂੰ ਚੱਕਰ 'ਚ ਪਾ ਦਿੱਤਾ ਅਤੇ ਭਾਈ ਇਹ ਗੱਲ ਅਖਬਾਰਾਂ 'ਚ ਜ਼ਰੂਰ ਲਿਖਿਓ। ਅਜਿਹੀਆਂ ਆਵਾਜ਼ਾਂ ਉਹਨਾਂ ਸੰਗਤਾਂ ਵੱਲੋਂ ਆਉਣੀਆਂ ਸ਼ੁਰੂ ਹੋ ਗਈਆਂ। ਸਾਡੀ ਇਸ ਗੱਲ ਨੇ ਮਾਹੌਲ ਕਾਫੀ ਸਾਜ਼ਗਾਰ ਬਣਾ ਦਿੱਤਾ ਅਤੇ ਸਾਨੂੰ ਅੱਗੇ ਪੜਤਾਲ ਕਰਨ 'ਚ ਕੋਈ ਜ਼ਿਆਦਾ ਦਿੱਕਤ ਨਹੀਂ ਆਈ। ਗੱਲਾਂ 'ਚੋਂ ਹੇਠ ਲਿਖੀਆਂ ਗੱਲਾਂ ਅਤੇ ਤੱਥ ਨਿਕਲ ਕੇ ਸਾਡੇ ਸਾਹਮਣੇ ਆਏ। ਪਹਿਲਾਂ ਤਾਂ
ਬਾਬੇ ਦੇ ਬਿਸਤਰ ਤੇ ਪੈਣ ਵਾਲੇ ਵੱਟਾਂ ਦੀ ਗੱਲ ਕੀਤੀ ਗਈ। ਕਹਿੰਦੇ ਸੀ ਕਿ ਜਦੋਂ ਬਾਬਾ ਜੀ ਘਰ ਆਉਂਦੇ ਆ ਤਾਂ ਉਹਨਾਂ ਦੇ ਬਿਸਤਰ ਦੇ ਉੱਪਰ ਉਹ ਲੇਟਦੇ ਆ ਤੇ ਉਹਦੇ ਉੱਪਰ ਵੱਟ ਪੈ ਜਾਂਦੇ ਆ। ਇਹ ਗੱਲਬਾਤ ਇਹਦਾ ਇਨਕਸ਼ਾਫ ਕੀਤਾ ਗਿਆ। ਤਾਂ ਉਹਦੀ ਭਰਜਾਈ ਨੇ ਦੱਸਿਆ ਕਿ ਉਹ ਤਾਂ ਸਵੇਰੇ, ਬੀਬੀ ਸੱਤਿਆ ਕੌਰ ਨੇ ਦੱਸਿਆ ਕਿ ਉਹ ਤਾਂ ਸਵੇਰੇ ਚਾਦਰ ਬਦਲ ਦਿੰਦੇ ਹਨ, ਪਰ ਵੱਟ ਕਦੇ ਨਹੀਂ ਦੇਖੇ। ਇਹ ਗੱਲਾਂ ਸਿਰਫ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ ਸੀ। ਘਰਦਿਆਂ ਨੇ ਕਹਿ ਦਿੱਤਾ ਕਿ ਅਜਿਹੇ ਵੱਟ ਉਹਨਾਂ ਨੇ ਕਦੇ ਨਹੀਂ ਦੇਖੇ। ਬਾਬਾ ਜੀ ਛੁੱਟੀ ਆ ਕੇ ਕਿਸੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਨਹੀਂ ਕਰਦੇ ਅਤੇ ਨਾ ਹੀ ਤੁਰੇ ਫਿਰਦੇ ਮਹਿਸੂਸ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਨਹੀਂ, ਅਜਿਹਾ ਕੋਈ ਗੱਲ ਨਹੀਂ, ਕਿਸੇ ਨਾਲ ਉਹ ਕੋਈ ਗੱਲ ਨਹੀਂ ਕਰਦੇ ਤੇ ਨਾ ਹੀ ਉਹ ਸਾਨੂੰ ਤੁਰੇ ਫਿਰਦੇ ਕਦੇ ਮਹਿਸੂਸ ਹੁੰਦੇ ਹਨ। ਪਰਿਵਾਰਿਕ ਕੰਮ ਧੰਦੇ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਬਾ ਜੀ ਜਿਸ ਨੂੰ ਵੀ ਮਿਲਦੇ ਹਨ ਸੁਪਨੇ 'ਚ ਹੀ ਮਿਲਦੇ ਹਨ। ਇੱਕ ਗੱਲ ਨਿਕਲ ਕੇ ਸਾਹਮਣੇ ਆ ਗਈ ਕਿ ਪਰਿਵਾਰ ਦੇ ਕੋਲੇ ਅਜਿਹੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਜਿਹੜੀ ਅਖਬਾਰਾਂ ਅਤੇ ਟੀਵੀ ਨੇ ਛਾਪੀ ਹੋਈ ਸੀ। ਪਰਿਵਾਰ ਕੋਲੇ ਅਜਿਹੀ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਇਲਾਵਾ ਕੁਝ ਹੋਰ ਸਵਾਲ, ਜਿਵੇਂ ਬਾਬਾ ਜੀ ਦੇ 10, 9, 8 ਅਤੇ 7 ਨੰਬਰ ਦੇ ਵੱਖ-ਵੱਖ ਦੇ ਜੋੜਿਆਂ ਅਤੇ ਵੱਖ-ਵੱਖ ਸਾਈਜ਼ ਦੀਆਂ ਵਰਦੀਆਂ ਬਾਰੇ ਅਸੀਂ ਸ਼ਰਧਾਲੂਆਂ ਕੋਲੋਂ ਸਵਾਲ ਖੜਾ ਕੀਤਾ ਕਿ ਇੱਕ ਹੀ ਆਦਮੀ ਦੇ ਮੇਚ ਕਿਵੇਂ ਵੀ ਨਹੀਂ ਆ ਸਕਦੇ। ਇਸ ਨਾਲ ਸਭ ਨੇ ਸਹਿਮਤੀ ਪ੍ਰਗਟ ਕੀਤੀ। ਸਾਰੇ ਪਿੰਡ ਦੀ ਬਿਜਲੀ ਬੰਦ ਹੋਣ ਉਪਰੰਤ ਬਾਬੇ ਦੇ ਕਮਰੇ ਦਾ ਪੱਖਾ ਚੱਲਣ ਅਤੇ ਡਾਂਗ ਨਾਲ ਰੋਕਣ ਤੇ ਵੀ ਨਾ ਰੋਕਣ ਸੰਬੰਧੀ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਪੁੱਛਿਆ ਗਿਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦ ਇਹ ਪਤਾ ਹੋਵੇ ਕਿ ਬਾਬੇ ਦੀ ਕਿਰਪਾ ਨਾਲ ਹੀ ਵਾਪਰ ਰਿਹਾ ਹੈ, ਸਭ ਕੁਝ ਵਾਪਰ ਰਿਹਾ ਹੈ, ਉਸ ਹਾਲਤ 'ਚ ਚੱਲਦੇ ਪੱਖੇ ਨੂੰ ਡਾਂਗ ਨਾਲ ਰੋਕਣ ਵਾਲਾ ਆਦਮੀ ਬਾਬੇ ਦੀ ਕਰੋਪੀ ਤੋਂ ਡਰਦਾ ਨਹੀਂ? ਕੀ ਤੇਜ਼ ਰਫ਼ਤਾਰ ਨਾਲ ਚੱਲ ਰਹੇ ਪੱਖੇ 'ਚ ਡਾਂਗ ਫਸਾਉਣ ਨਾਲ ਉਸਦੇ ਬਲੇਡ ਵਿੰਗੇ ਨਹੀਂ ਹੋਏ ਹਨ? ਅਤੇ ਕੀ ਅਸੀਂ ਉਸ ਮਹਾਂਪੁਰਖ ਦੇ ਦਰਸ਼ਨ ਕਰ ਸਕਦੇ ਹਾਂ ਜਿਸ ਨੇ ਅਜਿਹਾ ਤਜਰਬਾ ਕੀਤਾ ਹੈ, ਜਿਸ ਦੀ ਹਾਜ਼ਰੀ 'ਚ ਪੱਖੇ 'ਚ ਡਾਂਗ ਫਸਾਈ ਹੋਵੇ? ਇਹਨਾਂ ਸਾਰੇ ਸਵਾਲਾਂ ਨੂੰ ਤੇ ਜਵਾਬਾਂ ਨੂੰ ਟਾਲ ਦਿੱਤਾ ਗਿਆ ਅਤੇ ਪਿੰਡ 'ਚੋਂ ਇਸ ਘਟਨਾ ਦੇ ਜ਼ਾਮਨ ਵਜੋਂ ਕੋਈ ਵਿਅਕਤੀ ਪੇਸ਼ ਨਾ ਹੋਇਆ ਤੇ ਨਾ ਹੀ ਉਹਨਾਂ ਨੇ ਪੇਸ਼ ਕਰ ਸਕੇ। ਬਿਰਧ ਅਤੇ ਨਜ਼ਰ ਵਿਹੂਣੀ ਮਾਤਾ ਅਮਰ ਕੌਰ ਨੂੰ ਇਹ ਪੁੱਛਿਆ ਗਿਆ ਕਿ ਹੁਣ ਜਦੋਂ ਉਸਦਾ ਪੁੱਤਰ ਛੁੱਟੀ ਆਇਆ ਹੈ ਤਾਂ ਉਸ ਨਾਲ ਦੁੱਖ ਸੁੱਖ ਫਰੋਲਦਾ ਹੋਵੇਗਾ। ਇਸ ਦੇ ਜਵਾਬ 'ਚ ਮਾਤਾ ਨੇ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਆ ਗਿਆ, ਪਰ ਉਹ ਉਸ ਨਾਲ ਕਦੇ ਗੱਲ ਨਹੀਂ ਕਰਦਾ। ਪਤਾ ਕਿਵੇਂ ਲੱਗ ਜਾਂਦਾ ਹੈ? ਜਦੋਂ ਮਾਤਾ ਕੋਲੋਂ ਇਹ ਗੱਲ ਪੁੱਛੀ ਗਈ ਤਾਂ ਉਹਦਾ ਜਵਾਬ ਸੀ ਕਿ ਉਸਨੇ ਸਿਰਫ ਇਹੀ ਕਿਹਾ ਕਿ ਮੈਨੂੰ ਪਤਾ ਲੱਗ ਜਾਂਦਾ ਹੈ। ਜਦੋਂ ਮਾਤਾ ਤੋਂ ਪੁੱਛਿਆ ਗਿਆ ਕਿ ਕੀ ਕਦੀ ਉਹਨਾਂ ਨੇ ਆਪਣੀਆਂ ਅੱਖਾਂ ਦੀ ਜੋਤ ਠੀਕ ਕਰਨ ਬਾਰੇ ਉਸ ਨੂੰ ਕਦੀ ਕਿਹਾ ਹੈ, ਤਾਂ ਮਾਤਾ ਜੀ ਹਰਕ ਕੇ ਬੋਲੀ ਕਿ ਉਸ ਨੂੰ ਤਾਂ ਉਹ ਸੁਪਨੇ 'ਚ ਹੀ ਮਿਲਦਾ ਹੈ। ਬਿਲਕੁਲ ਜਿਹੋ ਜਿਹਾ ਭਰਤੀ ਹੋਇਆ ਸੀ, ਅਣਦਾੜੀਆ ਜਿਹਾ। ਮਾਤਾ ਦੇ ਨਾਮ ਦੇ ਤਹਿਤ ਜਿਹੜੀਆਂ ਕਹਾਣੀਆਂ ਛਪੀਆਂ ਹੋਈਆਂ ਸੀ ਉਹਨਾਂ ਦੇ ਬਾਰੇ ਵਿੱਚ ਮਾਤਾ ਨੇ ਟੋਟਲੀ ਕਹਿ ਦਿੱਤਾ ਕਿ ਅਜਿਹੀ ਕੋਈ ਵੀ ਜਿਹੜੀ ਗੱਲ ਹੈਗੀ ਆ ਉਹਨਾਂ ਨੇ ਨਹੀਂ ਦੇਖੀ। ਇਸ ਵਾਰਤਾਲਾਪ ਤੋਂ ਸਾਰੀ ਗੱਲ ਸਾਫ਼ ਹੋ ਗਈ ਕਿ ਇਸ ਘਰ 'ਚ ਭਜਨ ਸਿੰਘ ਨਾਮੀ ਵਿਅਕਤੀ ਦੀ ਕੋਈ ਰੂਹ ਨਹੀਂ ਆਉਂਦੀ। ਬੀਬੀ ਸੱਤਿਆ ਕੌਰ ਨੂੰ ਪੁੱਛਿਆ ਗਿਆ ਕਿ ਬਾਬਾ ਜੀ ਇਸ ਕਮਰੇ ਦੇ ਦਰਵਾਜ਼ੇ ਆਪ ਬੰਦ ਕਰਦੇ ਹਨ ਜਾਂ ਤੁਸੀਂ ਹੀ ਰਾਤ ਨੂੰ ਬੰਦ ਕਰਕੇ ਖੋਲ੍ਹ ਦਿੰਦੇ ਹੋ? ਉਸਨੇ ਜਵਾਬ ਦਿੱਤਾ, ਅਸੀਂ ਹੀ ਬੰਦ ਕਰਦੇ ਹਾਂ ਅਤੇ ਸਵੇਰੇ ਅਸੀਂ ਹੀ ਖੋਲ੍ਹਦੇ ਹਾਂ। ਇਸ ਤਰ੍ਹਾਂ ਫੌਜੀਆਂ ਵੱਲੋਂ ਪ੍ਰਚਾਰੀ ਜਾਂਦੀ ਇਹ ਗੱਲ ਕਿ ਬਾਬਾ ਜੀ ਜੀਪ ਦੀ ਬਾਰੀ ਖੋਲ੍ਹ ਕੇ ਜੀਪ 'ਚ ਆਪ ਬੈਠਦੇ ਹਨ, ਆਪਣੇ ਆਪ ਹੀ ਰੱਦ ਹੋ ਗਈ। ਬਿਸਤਰੇ 'ਤੇ ਵੱਟ ਨਾ ਪੈਣ ਵਾਲੀ ਗੱਲ ਵੀ ਇਹ ਸਿੱਧ ਕਰਦੀ ਹੈ ਕਿ ਜੀਪ ਦੀ ਸੀਟ 'ਤੇ ਭਾਰ ਪੈਣ ਨਾਲ ਇਸ ਦੇ ਲਿਫਣ ਵਾਲੀ ਗੱਲ ਵੀ ਬੇਬੁਨਿਆਦ ਅਤੇ ਮਨ ਘੜਤ ਹੈ। ਫੌਜ 'ਚ
ਜਾਂ ਕਿਸੇ ਵੀ ਸਰਕਾਰੀ ਮਹਿਕਮੇ 'ਚ ਸਿਰਫ ਜ਼ਿੰਦਾ ਵਿਅਕਤੀ ਨੂੰ ਹੀ ਤਰੱਕੀ ਮਿਲ ਸਕਦੀ ਹੈ, ਪਰ ਸਿਪਾਹੀ ਭਜਨ ਸਿੰਘ ਨੂੰ ਮੌਤ ਉਪਰੰਤ ਤਰੱਕੀ ਕਿਸ ਆਧਾਰ 'ਤੇ ਦਿੱਤੀ ਜਾਂਦੀ ਰਹੀ? ਇਸ ਗੱਲ ਦਾ ਜਵਾਬ ਲੱਭਣ ਲਈ ਫੌਜ ਦੀ 70 ਮਾਊਂਟੇਨ ਡਿਵੀਜ਼ਨ ਦੇ ਐਡਜੂਟੈਂਟ ਦੇ ਇੱਕ ਸਾਬਕਾ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ। ਉਹਨਾਂ ਦੱਸਿਆ ਕਿ ਹਾਲਾਤ ਜਦੋਂ ਬੇਜੋੜ ਹੋਣ, ਉਹਨਾਂ ਦੱਸਿਆ ਕਿ ਅਜਿਹੇ ਸਮਿਆਂ ਦੇ ਵਿੱਚ ਅਜਿਹੀਆਂ ਕਹਾਣੀਆਂ ਬਣਾ ਦਿੱਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਮ੍ਰਿਤਕ ਬਾਰੇ ਵੀ ਕਈ ਕਿਸਮ ਦੀਆਂ ਭੈ-ਭੀਤ ਕਹਾਣੀਆਂ ਚੱਲਣ 'ਤੇ ਅਤੇ ਇਹਨਾਂ 'ਤੇ ਤੋਂ ਡਰਦਿਆਂ ਸੰਬੰਧਿਤ ਫੌਜੀ ਅਧਿਕਾਰੀਆਂ ਨੇ ਜ਼ਿੰਦਾ ਦਿਖਾਉਣ ਵਿੱਚ ਹੀ ਆਪਣੀ ਬਿਹਤਰੀ ਸਮਝੀ ਹੋਏਗੀ। ਇਸ ਘਟਨਾਕ੍ਰਮ ਦਾ ਸਭ ਤੋਂ ਰੌਚਕ ਪਹਿਲੂ ਉਦੋਂ ਸਾਹਮਣੇ ਆਇਆ ਜਦ ਇਸ ਫੌਜੀ ਰੂਹ ਦੀ ਸੀਨੀਅਰਤਾ ਮੁਤਾਬਕ ਉਸ ਨੂੰ ਸੂਬੇਦਾਰ ਮੇਜਰ ਵਜੋਂ ਪਦ ਉੱਨਤ ਕਰਨ ਦੀ ਵਾਰੀ ਆਈ। ਇਸ 'ਚ ਵੀ ਸਮੱਸਿਆ ਸੀ ਕਿ ਫੌਜੀ ਨਿਯਮਾਂ ਅਤੇ ਪ੍ਰਵਾਨਿਤ ਅਸਾਮੀਆਂ ਮੁਤਾਬਕ ਇੱਕ ਪਲਟਨ 'ਚ ਸੂਬੇਦਾਰ ਮੇਜਰ ਦੀ ਸਿਰਫ ਇੱਕ ਹੀ ਅਸਾਮੀ ਹੁੰਦੀ ਹੈ, ਜਿਸ ਕਾਰਨ ਪਲਟਨ 'ਚ 2 ਸੂਬੇਦਾਰ ਮੇਜਰ ਕੰਮ ਨਹੀਂ ਕਰ ਸਕਦੇ। ਇਸ ਲਈ ਦਿਲਚਸਪੀ ਵਾਲੀ ਗੱਲ ਇਹ ਸੀ ਕਿ ਬਾਬੇ ਦੀ ਰੂਹ ਦੀ 4 ਸਾਲ ਸੂਬੇਦਾਰ ਮੇਜਰ ਦੀ ਡਿਊਟੀ ਨਿਭਾਉਂਦੀ ਰਹੀ, ਸਿਰਫ ਰੂਹ ਹੀ ਨਿਭਾਉਂਦੀ ਰਹੀ, ਜਾਂ ਦੂਸਰੇ ਸ਼ਬਦਾਂ 'ਚ ਪਲਟਨ ਸੂਬੇਦਾਰ ਮੇਜਰ ਤੋਂ ਬਿਨਾਂ ਹੀ ਡੰਗ ਸਾਰਦੀ ਰਹੀ। ਆਨਰੇਰੀ ਅਹੁਦਾ ਕਿਸੇ ਸੇਵਾ ਮੁਕਤ ਹੋਣ ਵਾਲੇ ਅਧਿਕਾਰੀ ਨੂੰ ਹੀ ਦਿੱਤਾ ਜਾਂਦਾ ਹੈ। ਫਿਰ ਬਾਬੇ ਨੂੰ ਆਨਰੇਰੀ ਕੈਪਟਨ ਕਿਉਂ ਬਣਾ ਦਿੱਤਾ ਗਿਆ? ਇਹਨਾਂ ਦਾ ਜਿਹੜਾ ਜਵਾਬ ਸੀ ਉਹ ਫੌਜੀਆਂ ਕੋਲੇ ਨਹੀਂ ਸੀ। ਕੈਪਟਨ ਕਿਉਂ ਨਹੀਂ, ਜਦੋਂ ਕਿ ਉਹ ਡਿਊਟੀ ਕਰ ਰਿਹਾ ਸੀ? ਇਸ ਦੇ ਜਵਾਬ 'ਚ ਉਹਨਾਂ ਦੱਸਿਆ ਕਿ ਬਾਬੇ ਨੂੰ ਸੂਬੇਦਾਰ ਮੇਜਰ ਦੀ 4 ਸਾਲਾ ਮਿਆਦ ਤੋਂ ਪਿੱਛੋਂ ਬਕਾਇਦਾ ਤੌਰ 'ਤੇ ਸੇਵਾ ਮੁਕਤ ਕਰਕੇ ਇੱਕ ਰੈਂਕ ਵਧਾ ਕੇ ਆਨਰੇਰੀ ਕੈਪਟਨ ਬਣਾਇਆ ਗਿਆ ਸੀ। ਅੱਜ ਕੱਲ੍ਹ ਉਹ ਪ੍ਰਾਈਵੇਟ ਤੌਰ 'ਤੇ ਫੀਲਡ ਸਿਕਿਉਰਿਟੀ ਅਫਸਰ ਵੱਲੋਂ ਕੰਮ ਕਰ ਰਹੇ ਹਨ। ਉਪਰੋਕਤ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਤਰਕਸ਼ੀਲਾਂ ਅਤੇ ਪੱਤਰਕਾਰਾਂ ਦੀਆਂ ਟੀਮਾਂ ਇਸ ਸਿੱਟੇ 'ਤੇ ਪਹੁੰਚੀਆਂ ਕਿ ਕਮਜ਼ੋਰ ਮਾਨਸਿਕਤਾ ਵਾਲੇ ਫੌਜੀ ਅਧਿਕਾਰੀਆਂ ਨੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਣ ਕਰਕੇ ਸਿਰਫ ਸੁਪਨਿਆਂ 'ਚ ਹੀ ਪ੍ਰਾਪਤ ਜਾਣਕਾਰੀ ਦੇ ਕਾਰਨ ਸਮੁੱਚੀ ਫੌਜ ਅਤੇ ਆਮ ਲੋਕਾਂ ਨੂੰ ਵਹਿਮਾਂ ਦੇ ਚੱਕਰਾਂ ਵਿੱਚ ਪਾਉਣ ਦਾ ਗੁਨਾਹ ਕੀਤਾ ਹੈ। ਦੁਨੀਆ ਭਰ ਦੀਆਂ ਫੌਜਾਂ 'ਚ ਅਜਿਹੇ ਕੀਰਤੀਮਾਨ ਦੀ ਮਿਸਾਲ ਕਿਤੇ ਨਹੀਂ ਮਿਲਦੀ। ਫੌਜ ਵੱਲੋਂ ਇਸ ਰੂਹ ਨੂੰ ਤਰੱਕੀਆਂ ਦੇਣਾ, ਕੁਆਟਰ ਅਲਾਟ ਕਰਨਾ, 4 ਅਰਦਲੀ ਤਾਇਨਾਤ ਕਰਨੇ, ਛੁੱਟੀ ਆਉਣ ਵਾਲੇ ਗੱਡੇ ਦੀ ਸਲੀਪਰ ਬੁੱਕ ਕਰਾਉਣੇ, ਸੇਵਾ ਮੁਕਤੀ ਤੋਂ ਮਗਰੋਂ ਫੀਲਡ ਸਿਕਿਉਰਿਟੀ ਅਫਸਰ ਵਜੋਂ ਨਵੀਂ ਨਿਯੁਕਤੀ ਵਰਗੀਆਂ ਕਾਰਵਾਈਆਂ ਕਰਨੀਆਂ ਅਤੇ ਲੇਖਾ ਸ਼ਾਖਾ ਵੱਲੋਂ ਉਸ ਨੂੰ ਸਿਰਫ ਸਿਪਾਹੀ ਦੀ ਪੈਨਸ਼ਨ ਹੀ ਦੇਣੀ, ਇਹ ਸਭ ਆਪਾ ਵਿਰੋਧੀ ਗੱਲਾਂ ਹਨ। ਉਪਰੋਕਤ ਸਾਰੇ ਤੱਥਾਂ ਤੋਂ ਇਹ ਸਾਬਤ ਹੋ ਗਿਆ ਕਿ ਫੌਜ ਨੇ ਇਹ ਸਾਰਾ ਕੁਝ ਐਵੇਂ ਵਹਿਮ ਅਤੇ ਭਰਮ ਅਧੀਨ ਹੀ ਕੀਤਾ। ਉਸ ਨੂੰ ਜ਼ਿੰਦਾ ਵੀ ਦਿਖਾਉਂਦੇ ਰਹੇ ਅਤੇ ਉਸ ਦੇ ਮ੍ਰਿਤਕ ਹੋ ਜਾਣ ਕਰਕੇ ਉਸ ਦੀ ਰੂਹ ਨੂੰ ਵੀ ਪ੍ਰਵਾਨ ਕਰਦੇ ਰਹੇ। ਇੱਕ ਪਾਸੇ ਕਹਿੰਦੇ ਸੀ ਉਹ ਜ਼ਿੰਦਾ ਹੈ, ਦੂਜੇ ਪਾਸੇ ਕਹਿੰਦੇ ਉਹਦੀ ਰੂਹ ਜਿਹੜੀ ਹੈਗੀ ਆ ਉਹ ਡਿਊਟੀ ਕਰਦੀ ਹੈ। ਭਾਵੇਂ ਰੂਹ ਵਰਗੀ ਕੋਈ ਚੀਜ਼ ਹੁੰਦੀ ਹੀ ਨਹੀਂ, ਪਰ ਜਿਹੜੇ ਇਹ ਮੰਨਦੇ ਵੀ ਹਨ ਕਿ ਉਹ ਵੀ ਮਰੇ ਦੀ ਰੂਹ ਮੰਨਦੇ ਹਨ, ਪਰ ਜਿੰਦਾ ਫੌਜੀ ਦੀ ਰੂਹ ਕਿਵੇਂ ਬਣੀ? ਪ੍ਰਚਾਰੀ ਜਾਂਦੀ ਸੀ ਕਿ ਜਿੰਦਾ ਫੌਜੀ ਦੀ ਰੂਹ ਕੰਮ ਕਰ ਰਹੀ ਹੈ, ਡਿਊਟੀ ਕਰ ਰਹੀ ਹੈ। ਜੇ ਉਹ ਜਿੰਦਾ ਹੈ ਫਿਰ ਰੂਹ ਕਿਵੇਂ ਹੈ? ਇਹ ਆਪਾ ਵਿਰੋਧੀ ਸਵਾਲ ਜਿਹੜੇ ਹੈਗੇ ਨੇ ਤਫਤੀਸ਼ ਦੇ ਵਿੱਚ ਹੱਲ ਹੋ ਗਏ। ਸੋ ਸਾਰੇ ਪੁੱਛ ਪੜਤਾਲ ਤੋਂ ਬਾਅਦ ਪੜਤਾਲ ਟੀਮ ਨੇ ਇਹ ਸਾਬਤ ਕਰ ਦਿੱਤਾ ਕਿ ਅਸਲ ਵਿੱਚ ਇਹ ਸਾਰੀ ਕਹਾਣੀ ਮਨੋ ਭਰਮ ਦਾ ਸ਼ਿਕਾਰ ਹੋਏ ਫੌਜੀ ਅਧਿਕਾਰੀਆਂ ਦੀ ਪ੍ਰਚਾਰੀ ਤੇ ਲਾਗੂ ਕੀਤੀ ਮਨਘੜਤ ਕਹਾਣੀ ਸੀ। ਸਹੀ ਗੱਲ ਉਸਦੇ ਪਰਿਵਾਰ ਵਾਲਿਆਂ ਦੀ, ਉਹਨਾਂ ਦੇ ਤਾਂ ਇਸ ਚਰਚਾ ਚੱਲਣ ਨਾਲ ਦੋਵੇਂ ਹੱਥਾਂ 'ਚ ਲੱਡੂ ਸਨ, ਇਸ ਲਈ ਉਹਨਾਂ ਨੇ ਤਾਂ ਇਹ ਫੈਲਾਉਣੀ ਹੀ ਸੀ। ਇਹ ਸੀ
ਉਸ ਵੇਲੇ ਦੀ ਕਹਾਣੀ ਅਤੇ ਉਹਦੇ ਉੱਪਰ ਕੀਤਾ ਗਿਆ ਤਰਕਸ਼ੀਲ ਸੁਸਾਇਟੀ ਵੱਲੋਂ ਜਿਹੜੀ ਪੜਤਾਲ ਸੀ ਉਹਦੀ ਰਿਪੋਰਟ। ਦੋਸਤੋ, ਅਜਿਹੀਆਂ ਕਹਾਣੀਆਂ ਬਹੁਤ ਵਾਰ ਸਾਡੇ ਸਮਾਜ ਦੇ ਵਿੱਚ ਤੁਰਦੀਆਂ ਨੇ, ਪਰ ਇਹਨਾਂ ਦਾ ਜਿਹੜਾ ਤਰੀਕਾ ਹੈ ਕਿ ਪਰਖ ਦੇ ਉੱਪਰ ਇਸ ਦੀ ਪੜਤਾਲ ਕਰ ਲੈਣੀ ਚਾਹੀਦੀ ਆ, ਤਾਂ ਅਸੀਂ ਦੇਖਦੇ ਹਾਂ ਇਹਨਾਂ ਵਿੱਚੋਂ ਕੁਝ ਵੀ ਨਹੀਂ ਨਿਕਲਦਾ। ਕਿਤੇ ਕੋਈ ਪੁਨਰ ਜਨਮ ਨਹੀਂ, ਕਿਤੇ ਕੋਈ ਰੂਹ ਨਹੀਂ, ਅਜਿਹਾ ਕੁਝ ਵੀ ਨਹੀਂ ਹੁੰਦਾ। ਇਹ ਤੁਹਾਨੂੰ ਦਿਮਾਗਾਂ ਦੇ ਵਿੱਚ ਵਸੇ ਹੋਏ ਵਹਿਮ ਭਰਮ ਹਨ ਜਿਹੜੇ ਇਸ ਰੂਪ ਦੇ ਵਿੱਚ ਇਕੱਠੇ ਹੁੰਦੇ ਆ। ਤਰਕਸ਼ੀਲ ਟੀਵੀ ਦੇ ਮਾਧਿਅਮ ਦੇ ਰਾਹੀਂ ਅਸੀਂ ਅਜਿਹੀਆਂ ਪੜਤਾਲਾਂ, ਅਜਿਹੇ ਤੱਥ ਤੁਹਾਡੇ ਸਾਹਮਣੇ ਲਿਆਉਂਦੇ ਰਹਿੰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਸੋਚ ਵਿਗਿਆਨਕ ਬਣਾਈ ਜਾਵੇ। ਤਰਕਸ਼ੀਲ ਟੀਵੀ ਦੇ ਮਾਧਿਅਮ ਦੇ ਰਾਹੀਂ ਤੁਸੀਂ ਸਾਡੇ ਨਾਲ ਬਣੇ ਰਹੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਫਿਰ ਮਿਲਾਂਗੇ ਕਿਸੇ ਨਵੀਂ ਸਟੋਰੀ ਦੇ ਨਾਲ। For more contents related to rational thinking, subscribe our Tarkshil TV channel now. For instant